ਸਵੇਰ ਦੇ 9 ਵੱਜ ਗਏ ਸਨ। ਮੈਂ ਆਪਣੀ ਬੇਟੀ ਨੂੰ ਆਵਾਜ਼ ਦੇ ਰਹੀ ਸੀ। ਰੋਜ਼ੀ ਹਲੇ ਤੱਕ ਉੱਠੀ ਨਹੀਂ ਸੀ। ਅੱਜ-ਕੱਲ੍ਹ ਮੈਂ ਉਸ ਤੋਂ ਬਹੁਤ ਪਰੇਸ਼ਾਨ ਸੀ ਕਿਉਂਕਿ ਉਹ ਪੜ੍ਹਾਈ ਵੀ ਨਹੀਂ ਸੀ ਕਰਦੀ। ਮੈਂ ਉਸਨੂੰ ਹੋਸਟਲ ਵਿੱਚ ਪਾ ਦਿੱਤਾ। ਉਹ ਛੁੱਟੀਆਂ ਵਿੱਚ ਘਰ ਆਈ। ਮੈਨੂੰ ਉਹ ਬਦਲੀ-ਬਦਲੀ ਲੱਗੀ, ਚੁੱਪ-ਚਾਪ ਸੀ। ਅੱਗੇ ਉਹ ਹਮੇਸ਼ਾ ਮੇਰੇ ਨਾਲ ਸੌਂਦੀ ਸੀ, ਪਰ ਹੁਣ ਉਹ ਅੱਡ ਕਮਰੇ ਵਿੱਚ ਸੌਂਦੀ ਸੀ। ਮੈਨੂੰ ਮੇਰੀ ਧੀ ਦੀ ਹਰਕਤ ਕੁਝ ਅਜੀਬ ਲੱਗੀ। ਜਦੋਂ ਮੈਂ ਸਵੇਰੇ ਦਰਵਾਜ਼ਾ ਖੜਕਾਉਂਦੀ, ਉਹ ਬੜੀ ਦੇਰ ਨਾਲ ਖੋਲ੍ਹਦੀ ਤੇ ਥੱਕੀ ਹੋਈ ਲੱਗਦੀ। ਅੱਜ ਵੀ ਸਵੇਰੇ ਮੈਂ ਦਰਵਾਜ਼ਾ ਖੜਕਾ ਕੇ ਥੱਕ ਗਈ। ਫੇਰ ਮੇਰੀ ਮਰੀ ਜਿਹੀ ਆਵਾਜ਼ ਵਿੱਚ ਬੋਲੀ ਤੇ ਦਰਵਾਜ਼ਾ ਖੋਲ੍ਹਿਆ। ਚਿਹਰੇ 'ਤੇ ਅਜੀਬ ਜਿਹੀ ਥਕਾਵਟ ਸੀ। ਜਦੋਂ ਮੈਂ ਉਸਦੇ ਪੈਰਾਂ ਵੱਲ ਦੇਖਿਆ, ਮੈਨੂੰ ਲੱਗਿਆ ਜਿਵੇਂ ਉਹ ਤਕਲੀਫ਼ ਵਿੱਚ ਹੋਵੇ ਅਤੇ ਪਰੇਸ਼ਾਨ ਹੋਵੇ। ਅੱਜ ਸਾਡੇ ਘਰ ਮੇਰੀ ਨਣਦ ਰਾਣੀ ਵੀ ਕਾਫ਼ੀ ਸਾਲ ਬਾਅਦ ਆਈ ਹੋਈ ਸੀ। ਉਹ ਮੇਰੇ ਘਰਵਾਲੇ ਦੀ ਇਕਲੌਤੀ ਭੈਣ ਸੀ। ਮੇਰੇ ਸੱਸ-ਸਹੁਰਾ ਨਹੀਂ ਸਨ, ਪਰ ਫੇਰ ਵੀ ਉਸਦਾ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਮੈਨੂੰ ਹੁੰਦਾ ਸੀ ਕਿ ਕਿਤੇ ਰੋਜ਼ੀ ਉਹਨਾਂ ਦੇ ਸਾਹਮਣੇ ਨਾ ਆ ਜਾਵੇ। ਮੇਰੀ ਨਣਦ ਨੂੰ ਤਾਂ ਗੱਲ ਕਰਨ ਦਾ ਬਹਾਨਾ ਚਾਹੀਦਾ। ਮੇਰੇ ਪਿੱਛੋਂ ਆਵਾਜ਼ ਆਈ, "ਮੋਨਿਕਾ, ਤੇਰੀ ਧੀ ਕਿੱਥੇ ਹੈ? ਬੜੇ ਦਿਨ ਹੋ ਗਏ, ਮਿਲੀ ਨਹੀਂ।" ਮੈਂ ਰੋਜ਼ੀ ਨੂੰ ਬਾਹਰ ਆਉਣ ਲਈ ਕਿਹਾ। ਉਹ ਲੰਗੜਾ ਕੇ ਬਾਹਰ ਆਈ। ਮੇਰੀ ਨਣਦ ਨੇ ਕਿਹਾ ਕਿ ਇਸਨੂੰ ਕੀ ਹੋ ਗਿਆ? ਕਿਤੇ ਕੁਝ ਗਲਤ ਤਾਂ ਨਹੀਂ? ਉਸ ਦੇ ਕਹਿਣ ਨਾਲ ਮੇਰਾ ਕਲੇਜਾ ਬਾਹਰ ਆ ਗਿਆ ਤੇ ਮੈਂ ਉਸਨੂੰ ਕਿਹਾ ਕਿ ਮੇਰੀ ਧੀ ਦੀ ਤਬੀਅਤ ਠੀਕ ਨਹੀਂ ਹੈ। ਮੈਂ ਆਪਣੀ ਧੀ ਨੂੰ ਕਿਹਾ ਕਿ ਅੰਦਰ ਜਾ ਕੇ ਤਿਆਰ ਹੋ ਕੇ ਬਾਹਰ ਆ। ਮੇਰੀ ਨਣਦ ਉਸਨੂੰ ਸਿਰ ਤੋਂ ਪੈਰਾਂ ਤੱਕ ਦੇਖ ਰਹੀ ਸੀ ਤੇ ਹੱਸ ਵੀ ਰਹੀ ਸੀ। ਰੋਜ਼ੀ ਜਦੋਂ ਕਾਫ਼ੀ ਟਾਈਮ ਬਾਅਦ ਬਾਹਰ ਨਾ ਆਈ ਤਾਂ ਮਜਬੂਰਨ ਮੈਨੂੰ ਉਸਦੇ ਕਮਰੇ ਵਿੱਚ ਜਾਣਾ ਪਿਆ। ਉਹ ਬਾਥਰੂਮ ਵਿੱਚ ਸੀ। ਮੈਂ ਉਸਦੇ ਕਮਰੇ ਨੂੰ ਵੇਖ ਕੇ ਹੈਰਾਨ ਹੋ ਗਈ। ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੇਰੀ ਧੀ ਮੇਰੇ ਤੋਂ ਕੁਝ ਲੁਕਾ ਵੀ ਸਕਦੀ ਸੀ। ਉਸ ਟਾਈਮ ਮੈਂ ਕੁਝ ਨਾ ਕਿਹਾ ਕਿਉਂਕਿ ਮੇਰੀ ਨਣਦ ਮੈਨੂੰ ਆਵਾਜ਼ ਮਾਰ ਰਹੀ ਸੀ। ਮੈਂ ਬਾਹਰ ਚਲੀ ਗਈ। ਰੋਜ਼ੀ ਜਦੋਂ ਬਾਹਰ ਆਈ, ਉਸਨੇ ਬਹੁਤ ਸੋਹਣਾ ਸੂਟ ਪਾਇਆ ਸੀ, ਪਰ ਉਸਨੂੰ ਇਹ ਸੂਟ ਮੈਂ ਨਹੀਂ ਲਿਆ ਕੇ ਦਿੱਤਾ ਸੀ। ਮੇਰੀ ਨਣਦ ਨੇ ਕਿਹਾ ਕਿ ਤੇਰੀ ਧੀ ਤਾਂ ਬਹੁਤ ਸੋਹਣੀ ਹੈ, ਕਿਤੇ ਨਜ਼ਰ ਨਾ ਲੱਗ ਜਾਵੇ। ਫਿਰ ਖਚਰੀ ਜਿਹੀ ਹਾਸੀ ਹੱਸਣ ਲੱਗੀ। ਮੇਰੀ ਨਣਦ ਚਲੀ ਗਈ ਤੇ ਮੈਂ ਰੋਜ਼ੀ ਨੂੰ ਗੁੱਸੇ ਨਾਲ ਪੁੱਛਿਆ ਕਿ ਇਹ ਸੂਟ ਕਿੱਥੋਂ ਲੈ ਕੇ ਆਈ ਹੈ? ਮੈਂ ਤਾਂ ਲੈ ਕੇ ਨਹੀਂ ਦਿੱਤਾ। ਰੋਜ਼ੀ ਨੇ ਕਿਹਾ, "ਮੰਮੀ, ਮੈਂ ਤੁਹਾਨੂੰ ਦੱਸਿਆ ਤਾਂ ਸੀ, ਮੇਰੀ ਇੱਕ ਸਹੇਲੀ ਨੇ ਜੋ ਬਹੁਤ ਅਮੀਰ ਹੈ, ਉਸਨੇ ਜਨਮ ਦਿਨ ਦੇ ਉੱਤੇ ਮੈਨੂੰ ਤੋਹਫ਼ਾ ਦਿੱਤਾ ਹੈ।" ਮੈਂ ਰੋਜ਼ੀ ਨਾਲ ਬਹਿਸ ਨਹੀਂ ਕਰਨਾ ਚਾਹੁੰਦੀ ਸੀ। ਮੈਂ ਆਪਣੇ ਕੰਮ ਵਿੱਚ ਲੱਗ ਗਈ। ਇੱਕ ਦਿਨ ਬੜੀ ਅਜੀਬ ਗੱਲ ਹੋਈ। ਰੋਜ਼ੀ ਹੋਸਟਲ ਨਹੀਂ ਗਈ, ਘਰ ਆ ਗਈ ਅਤੇ ਹੌਲੀ ਮੈਨੂੰ ਬੋਲੀ ਕਿ ਮੈਂ ਥੱਕ ਗਈ ਹਾਂ, ਆਰਾਮ ਕਰਨਾ ਚਾਹੁੰਦੀ ਹਾਂ। ਮੈਂ ਸੋਚਿਆ, ਘਰ ਦਾ ਕੋਈ ਕੰਮ ਵੀ ਨਹੀਂ ਕਰਦੀ, ਫੇਰ ਵੀ ਥੱਕ ਗਈ ਹੈ। ਮੈਨੂੰ ਉਸ 'ਤੇ ਸ਼ੱਕ ਹੋਇਆ। ਸਵੇਰੇ ਉੱਠਦੀ ਤਾਂ ਉਸਦੀ ਹਾਲਤ ਅਜੀਬ ਹੁੰਦੀ ਸੀ। ਏਦਾਂ ਹੀ ਇੱਕ ਦਿਨ ਫੇਰ ਏਦਾਂ ਹੀ ਹੋਇਆ। ਉਹ 10 ਵਜੇ ਉੱਠੀ। ਜਦੋਂ ਹੋਸਟਲ ਵਿੱਚ ਸੀ ਤਾਂ ਉਹ 5 ਵਜੇ ਉੱਠਦੀ ਸੀ। ਹੁਣ ਉਹ ਰਾਤੀਂ ਦੇਰ ਤੱਕ ਜਾਗਦੀ ਅਤੇ ਸਵੇਰੇ ਲੇਟ ਉੱਠਦੀ ਸੀ। ਮੈਂ ਕੋਈ ਸਵਾਲ ਨਾ ਕੀਤਾ ਤੇ ਚੁੱਪ ਰਹੀ। ਇੱਕ ਦਿਨ ਸਾਡੀ ਗੁਆਂਢਣ ਕਿਸੇ ਕੰਮ ਲਈ ਘਰ ਆਈ। ਉਸਨੇ ਰੋਜ਼ੀ ਨੂੰ ਲੰਗੜਾ ਕੇ ਤੁਰਦੀ ਵੇਖਿਆ ਤਾਂ ਮੂੰਹ 'ਤੇ ਹੱਥ ਰੱਖ ਲਿਆ ਤੇ ਕਹਿਣ ਲੱਗੀ, "ਇਸਨੂੰ ਕੀ ਹੋ ਗਿਆ? ਤੇਰਾ ਬਿਲਕੁਲ ਵੀ ਧਿਆਨ ਨਹੀਂ ਹੈ। ਰੋਜ਼ੀ ਤੇ ਉਹ ਜਵਾਨ ਧੀ ਹੈ। ਤੇਰਾ ਫਰਜ਼ ਬਣਦਾ ਹੈ ਉਸਦੀ ਹਰ ਹਰਕਤ 'ਤੇ ਧਿਆਨ ਰੱਖਣ ਦਾ। ਕੱਲ੍ਹ ਨੂੰ ਜੇ ਕੋਈ ਊਚ ਨੀਚ ਹੋ ਗਈ ਤਾਂ ਫੇਰ ਕੀ ਕਰੇਂਗੀ? ਤੂੰ ਇੰਨੀ ਲਾਪਰਵਾਹ ਕਿੱਦਾਂ ਹੋ ਸਕਦੀ ਹੈ? ਤੂੰ ਆਪਣੀ ਧੀ ਨੂੰ ਵੇਖ ਕੀ ਕਰ ਰਹੀ ਹੈ, ਕਿੱਥੇ ਜਾਂਦੀ ਹੈ? ਇਹ ਤਾਂ ਵਿਆਹੀਆਂ ਕੁੜੀਆਂ ਵਾਲੀਆਂ ਹਰਕਤਾਂ ਕਰ ਰਹੀ ਹੈ। ਇਸਦੀ ਚਾਲ ਵੇਖ, ਇਸਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ, ਇਸਦੀਆਂ ਅੱਖਾਂ ਵੀ ਅਜੀਬ ਜਿਹੀਆਂ ਹਰਕਤਾਂ ਕਰਦੀਆਂ ਹਨ।
ਆਂਟੀ ਦੀ ਇਸ ਗੱਲ ਨੇ ਮੇਰੇ ਪੈਰਾਂ ਥੱਲੋਂ ਜ਼ਮੀਨ ਹਿਲਾ ਦਿੱਤੀ। ਮੈਂ ਹੁਣ ਫੈਸਲਾ ਕਰ ਲਿਆ ਕਿ ਮੈਂ ਆਪਣੀ ਧੀ ਦੀ ਹਰ ਹਰਕਤ 'ਤੇ ਧਿਆਨ ਰੱਖਾਂਗੀ, ਕਿੱਥੇ ਜਾਂਦੀ ਹੈ, ਕੀ ਕਰਦੀ ਹੈ। ਮੈਂ ਇਸ ਦਾ ਪਿੱਛਾ ਕਰਾਂਗੀ ਕਿ ਆਖਿਰ ਗੱਲ ਕੀ ਹੈ। ਇੱਕ ਦਿਨ ਰੋਜ਼ੀ ਬੋਲੀ, ਮਾਂ, ਮੇਰਾ ਸਾਰਾ ਸਰੀਰ ਦਰਦ ਕਰ ਰਿਹਾ ਏ, ਮੇਰੀ ਤੇਲ ਮਾਲਿਸ਼ ਕਰ ਦੋ। ਮੈਂ ਕਿਹਾ, ਠੀਕ ਹੈ। ਮੈਂ ਗਰਮ ਤੇਲ ਲੈ ਕੇ ਗਈ ਤਾਂ ਉਸਨੇ ਕੁਝ ਸੋਚ ਕੇ ਮਨਾ ਕਰ ਦਿੱਤਾ ਕਿ ਮਾਂ, ਦਰਦ ਠੀਕ ਹੋ ਗਿਆ ਹੈ। ਮੈਨੂੰ ਸ਼ੱਕ ਪਿਆ ਕਿ ਉਹ ਮੈਨੂੰ ਆਪਣਾ ਸਰੀਰ ਨਹੀਂ ਦਿਖਾਉਣਾ ਚਾਹੁੰਦੀ ਸੀ। ਮੈਨੂੰ ਆਂਟੀ ਦੀ ਗੱਲ ਯਾਦ ਆਈ ਕਿ ਤੂੰ ਆਪਣੀ ਧੀ 'ਤੇ ਨਜ਼ਰ ਰੱਖਿਆ ਕਰ। ਮੈਂ ਕਿਹਾ, ਅੱਜ ਮੈਂ ਤੇਰੇ ਨਾਲ ਸੌਣਾ ਚਾਹੁੰਦੀ ਹਾਂ, ਦਰਵਾਜ਼ਾ ਖੁੱਲ੍ਹਾ ਰੱਖੀਂ। ਉਸਨੇ ਮੂੰਹ ਬਣਾ ਕੇ ਕਿਹਾ, ਠੀਕ ਹੈ। ਜਦੋਂ ਮੈਂ ਕੰਮ ਮੁਕਾ ਕੇ ਆਈ, ਉਸਨੇ ਦਰਵਾਜ਼ਾ ਬੰਦ ਕਰ ਲਿਆ ਸੀ। ਮੈਂ ਦਰਵਾਜ਼ਾ ਖੜਕਾਇਆ, ਉਸਨੇ ਨਹੀਂ ਖੋਲ੍ਹਿਆ। ਲੱਗਿਆ ਸੌਂ ਗਈ ਸੀ। ਮੈਨੂੰ ਬਹੁਤ ਅਜੀਬ ਲੱਗਿਆ ਕਿ ਜਵਾਨ ਧੀ ਦਰਵਾਜ਼ਾ ਬੰਦ ਕਰਕੇ ਸੌਂਵੇ ਤਾਂ ਮਾਂ-ਬਾਪ ਕਿੱਦਾਂ ਚੰਗਾ ਸੋਚ ਸਕਦੇ ਨੇ। ਮੈਨੂੰ ਬਹੁਤ ਟੈਨਸ਼ਨ ਹੋਣ ਲੱਗੀ ਕਿ ਇਸਦੇ ਤਾਂ ਕਿਸੇ ਨਾਲ ਸੰਬੰਧ ਨਹੀਂ, ਫਿਰ ਇਹ ਵਿਆਹੀਆਂ ਕੁੜੀਆਂ ਵਾਲੀਆਂ ਹਰਕਤਾਂ ਕਿੱਦਾਂ ਕਰ ਸਕਦੀ ਹੈ। ਅਗਲੀ ਸਵੇਰ ਫਿਰ ਉਸਦਾ ਉਹੀ ਹਾਲ ਸੀ। ਮੈਂ ਸੋਚਿਆ ਕਿ ਅੱਜ ਮੈਂ ਉਸਦਾ ਪਿੱਛਾ ਕਰਦੀ ਹਾਂ ਕਿ ਇਹ ਪੜ੍ਹਨ ਵੀ ਜਾਂਦੀ ਹੈ ਕਿ ਮੈਨੂੰ ਝੂਠ ਬੋਲਦੀ ਹੈ, ਕਿਉਂਕਿ ਉਸਨੇ ਕਲਾਸ ਦਾ ਟਾਈਮ ਵੀ ਸਵੇਰ ਤੋਂ ਦੁਪਹਿਰ ਕਰ ਲਿਆ ਸੀ, ਜੋ ਮੈਨੂੰ ਚੰਗਾ ਨਾ ਲੱਗਾ। ਜਦੋਂ ਉਹ ਹੋਸਟਲ ਲਈ ਘਰੋਂ ਨਿਕਲੀ ਤਾਂ ਮੈਂ ਵੀ ਉਸਦੇ ਪਿੱਛੇ ਹੋ ਲਈ। ਮੈਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਵਰ ਕੀਤਾ। ਉਸਨੇ ਰਿਕਸ਼ਾ ਵਾਲੇ ਨੂੰ ਪੈਸੇ ਦਿੱਤੇ। ਮੈਂ ਸੋਚਿਆ, ਇਸ ਕੋਲ ਇੰਨਾ ਪੈਸਾ ਕਿੱਥੋਂ ਆਇਆ? ਮੈਂ ਤੇ ਕਦੀ ਪੈਸੇ ਦਿੱਤੇ ਨਹੀਂ। ਫਿਰ ਮੈਂ ਵੀ ਰਿਕਸ਼ਾ ਲਈ ਅਤੇ ਉਸਦੇ ਪਿੱਛੇ ਰਹੀ। ਸ਼ੁਕਰ ਹੈ ਮਾਲਕ ਦਾ, ਉਹ ਹੋਸਟਲ ਹੀ ਗਈ। ਮੈਂ ਵੀ ਉਸਦੇ ਪਿੱਛੇ ਹੋਸਟਲ ਵਿੱਚ ਗਈ। ਉਹ ਆਪਣੀ ਕਲਾਸ ਵਿੱਚ ਚਲੀ ਗਈ ਤੇ ਮੈਂ ਸੋਚਿਆ ਕਿ ਕਿਉਂ ਨਾ ਮੈਂ ਇਸਦੀ ਟੀਚਰ ਨੂੰ ਮਿਲਾਂ, ਕੀ ਪਤਾ ਕੁਝ ਸੁਰਾਗ ਮਿਲੇ। ਮੈਂ ਉਸਦੀ ਟੀਚਰ ਨੂੰ ਮਿਲੀ ਤੇ ਪੁੱਛਿਆ ਕਿ ਤੁਸੀਂ ਹੀ ਰੋਜ਼ੀ ਨੂੰ ਪੜ੍ਹਾਉਂਦੇ ਹੋ? ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਤੇ ਸਵੇਰ ਵਾਲੀ ਸ਼ਿਫਟ ਵਿੱਚ ਪੜ੍ਹਾਉਂਦੀ ਸੀ, ਹੁਣ ਉਹ ਸ਼ਾਮ ਵਾਲੀ ਸ਼ਿਫਟ ਵਿੱਚ ਆਉਂਦੀ ਹੈ। ਪਰ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ। ਮੈਂ ਕਿਹਾ ਕਿ ਮੈਂ ਜਾਣਨ ਲਈ ਹੀ ਹੋਸਟਲ ਆਈ ਹਾਂ। ਮੇਰੀ ਧੀ ਕਿਤੇ ਗੈਰ ਕਾਨੂੰਨੀ ਕੰਮ ਵਿੱਚ ਤਾਂ ਨਹੀਂ ਪੈ ਗਈ, ਜਾਂ ਫਿਰ ਕੋਈ ਹੋਰ ਉਲਟਾ ਸਿੱਧਾ ਕੰਮ ਤਾਂ ਨਹੀਂ ਕਰਦੀ। ਉਸ ਦੀ ਟੀਚਰ ਨੇ ਕਿਹਾ ਕਿ ਮੈਂ ਕੁਝ ਨੋਟ ਕੀਤਾ ਹੈ ਕਿ ਉਸ ਦੀਆਂ ਅੱਖਾਂ ਵਿੱਚ ਨੀਂਦ ਹੁੰਦੀ ਹੈ, ਜਿੱਦਾਂ ਉਹ ਸਾਰੀ ਰਾਤ ਸੌਂਦੀ ਨਹੀਂ, ਲੰਗੜਾ ਕੇ ਤੁਰਦੀ ਹੈ। ਮੈਂ ਪੁੱਛਿਆ ਤਾਂ ਕਿਹਾ ਕਿ ਮੇਰੀ ਤਬੀਅਤ ਠੀਕ ਨਹੀਂ ਹੈ। ਮੈਂ ਕੁਝ ਦਿਨਾਂ ਦੀ ਛੁੱਟੀ ਦੇ ਦਿੱਤੀ। ਪਰ ਉਸ ਤੋਂ ਪਹਿਲਾਂ ਤਾਂ ਤੁਹਾਡੀ ਧੀ ਵਧੀਆ ਤਰੀਕੇ ਨਾਲ ਹੋਸਟਲ ਆਉਂਦੀ ਸੀ। ਉਸ ਦਾ ਟਾਈਮ ਟੇਬਲ ਵੀ ਵਧੀਆ ਸੀ। ਸਾਡੇ ਹੋਸਟਲ ਦੇ ਰੂਲ ਬਹੁਤ ਸਖਤ ਹਨ। ਕੁੜੀਆਂ ਨੂੰ ਬਾਹਰ ਨਹੀਂ ਜਾਣ ਦਿੰਦੇ। ਜੇਕਰ ਕੁੜੀ ਹੋਸਟਲ ਛੱਡ ਦੇਵੇ, ਅਸੀਂ ਉਸ ਦੇ ਘਰਦਿਆਂ ਨੂੰ ਦੱਸ ਦਿੰਦੇ ਹਾਂ। ਪਰ ਤੁਹਾਡੀ ਧੀ ਹੋਸਟਲ ਵਿੱਚ ਅਜਿਹਾ ਕੁਝ ਨਹੀਂ ਕਰਦੀ, ਜਿਸ ਕਰਕੇ ਤੁਹਾਨੂੰ ਪਰੇਸ਼ਾਨ ਹੋਣਾ ਪਵੇ। ਤੁਸੀਂ ਉਸਦੀ ਘਰ ਵਿੱਚ ਨਿਗਰਾਨੀ ਕਰੋ। ਮੈਨੂੰ ਲੱਗਦਾ ਹੈ ਕਿ ਉਹ ਰਾਤ ਨੂੰ ਸੌਂਦੀ ਨਹੀਂ। ਕੀ ਤੁਸੀਂ ਉਸਦੇ ਨਾਲ ਸੌਂਦੇ ਹੋ? ਮੈਂ ਕਿਹਾ ਕਿ ਨਹੀਂ। ਉਹ ਕਹਿੰਦੀ ਹੈ, ਮੈਂ ਹੁਣ ਵੱਡੀ ਹੋ ਗਈ ਹਾਂ, ਮੈਂ ਅੱਡ ਸੌਣਾ ਹੈ। ਟੀਚਰ ਨੇ ਮੈਨੂੰ ਕਿਹਾ ਕਿ ਤੁਸੀਂ ਮਾਂ ਹੋ, ਇਸ ਉਮਰ ਦੇ ਬੱਚਿਆਂ ਨੂੰ ਇਕੱਲੇ ਨਹੀਂ ਸੌਣ ਦਿੰਦੇ, ਉਹਨਾਂ ਦੇ ਨਾਲ ਰਹੋ, ਨਜ਼ਰ ਰੱਖੀ ਜਾਂਦੀ ਹੈ। ਮੇਰੇ ਦਿਮਾਗ ਵਿੱਚ ਸਿਰਹਾਣੇ ਵਾਲਾ ਸੀਨ ਯਾਦ ਆ ਗਿਆ। 500 ਦੇ ਨੋਟ ਪਏ ਸੀ, ਜਦੋਂ ਕਿ ਮੈਂ ਕਦੀ 100 ਰੁਪਏ ਵੀ ਨਹੀਂ ਸੀ ਦਿੱਤੇ। ਮੈਂ ਹਰ ਗੱਲ ਡੂੰਘਾਈ ਨਾਲ ਸੋਚਣ ਲੱਗੀ। ਮੈਂ ਬਹੁਤ ਡਰ ਗਈ ਸੀ। ਮੈਂ ਹਰ ਡੂੰਘਾਈ ਨਾਲ ਸੋਚ ਰਹੀ ਸੀ। ਅਗਲੇ ਦਿਨ ਉਸ ਦੀ ਫੇਰ ਉਹੀ ਹਾਲਤ ਸੀ। ਅੱਜ ਮੈਂ ਸੋਚਿਆ ਕਿ ਮੈਂ ਸਾਰਾ ਟਾਈਮ ਆਪਣੀ ਧੀ ਨਾਲ ਹੀ ਰਹਾਂਗੀ। ਮੈਂ ਉਸ ਦੇ ਆਉਣ ਤੋਂ ਪਹਿਲਾਂ ਸਾਰੇ ਕੰਮ ਕਰ ਲਏ ਤੇ ਫ੍ਰੀ ਹੋ ਗਈ। ਜਦੋਂ ਉਹ ਆਈ, ਮੈਂ ਉਸ ਦੇ ਕਮਰੇ ਵਿੱਚ ਗਈ ਤੇ ਮੈਨੂੰ ਇੱਕਦਮ ਬੋਲੀ, ਮਾਂ, ਤੁਹਾਨੂੰ ਕੁਝ ਚਾਹੀਦਾ ਹੈ? ਮੈਂ ਕਿਹਾ, ਨਹੀਂ, ਤੇਰੇ ਕਮਰੇ ਦੀ ਸਫਾਈ ਕਿੰਨੇ ਦਿਨਾਂ ਤੋਂ ਨਹੀਂ ਹੋਈ, ਅੱਜ ਕਰ ਦਿੰਦੀ ਹਾਂ। ਉਹ ਬੋਲੀ, ਮਾਂ, ਤੁਸੀਂ ਰਹਿਣ ਦਿਓ, ਮੈਂ ਕਰਦੀ ਹਾਂ ਤੁਹਾਡੇ ਸਾਹਮਣੇ। ਮੈਨੂੰ ਹਰ ਪਾਸੇ ਨਵੇਂ ਕੱਪੜੇ ਦਿਸ ਰਹੇ ਸਨ। ਮੈਂ ਸਾਰੇ ਰੂਮ ਵਿੱਚ ਧਿਆਨ ਨਾਲ ਵੇਖਿਆ। ਫਿਰ ਮੈਂ ਉਸ ਦੀ ਅਲਮਾਰੀ ਖੋਲ੍ਹੀ। ਉਹ ਦੌੜ ਕੇ ਮੇਰੇ ਕੋਲ ਆਈ ਅਤੇ ਬੋਲੀ, ਤੁਹਾਨੂੰ ਕੁਝ ਚਾਹੀਦਾ ਹੈ?
ਤਾਂ ਮੈਂ ਕਿਹਾ ਕਿ ਮੈਂ ਤੇਰੀ ਮਾਂ ਹਾਂ, ਦੇਖ ਸਕਦੀ ਹਾਂ। ਜਦੋਂ ਮੈਂ ਅਲਮਾਰੀ ਖੋਲ੍ਹੀ ਤਾਂ ਮੇਰੇ ਹੋਸ਼ ਉੱਡ ਗਏ। ਇੰਨੇ ਨਵੇਂ ਕੱਪੜੇ ਕਿੱਥੋਂ ਆਏ? ਮੈਨੇ ਉਸਦੀ ਟੀਚਰ ਦੀ ਗੱਲ ਯਾਦ ਆ ਗਈ ਕਿ ਤੁਹਾਡੀ ਕੁੜੀ ਦੀ ਕੋਈ ਸਹੇਲੀ ਨਹੀਂ ਹੈ। ਉਹ ਜਨਮ ਦਿਨ ਵਾਲੀ ਗੱਲ ਵੀ ਉਸਨੇ ਮੈਨੂੰ ਝੂਠ ਹੀ ਬੋਲੀ ਸੀ। ਉਸਨੇ ਕਿਹਾ, ਮਾਂ ਮੈਂ ਟਿਊਸ਼ਨ ਪੜ੍ਹਾਉਂਦੀ ਹਾਂ, ਮੈਂ ਕੋਈ ਅਜਿਹਾ ਕੰਮ ਨਹੀਂ ਕਰਦੀ ਜਿਸ ਨਾਲ ਤੁਹਾਡੀ ਬਦਨਾਮੀ ਹੋਵੇ। ਜਦੋਂ ਮੈਂ ਸਿਰਹਾਣੇ ਥੱਲੇ ਵੇਖਿਆ ਤਾਂ ਮੇਕਅਪ ਦਾ ਸਮਾਨ ਸੀ। ਮੈਂ ਹੈਰਾਨ ਹੋ ਗਈ। ਉਹ ਬੋਲੀ, ਮਾਂ ਕੱਪੜੇ ਸੈਕਿੰਡ ਹੈਂਡ ਨੇ ਤੇ ਸਮਾਨ ਕੋਈ ਖਾਸ ਮਹਿੰਗਾ ਨਹੀਂ ਹੈ। ਮੈਨੂੰ ਸ਼ੌਂਕ ਹੈ ਇਸ ਲਈ ਲੈ ਲਿਆ। ਤੁਸੀਂ ਮੈਨੂੰ ਏਦਾਂ ਦੇਖ ਰਹੇ ਹੋ ਜਿੱਦਾਂ ਕੋਈ ਗੁਨਾਹ ਕੀਤਾ ਹੋਵੇ। ਮੈਂ ਕਿਹਾ ਕਿ ਅੱਜ ਮੇਰੇ ਕਮਰੇ ਵਿੱਚ ਸੌਣਾ ਹੈ। ਉਹ ਬੋਲੀ, ਮਾਂ ਮੈਨੂੰ ਤਾਂ ਇਕੱਲੇ ਸੌਣ ਦੀ ਆਦਤ ਹੈ, ਮੈਂ ਲੇਟ ਸੌਂਦੀ ਹਾਂ। ਮੈਂ ਕਿਹਾ ਕੋਈ ਗੱਲ ਨਹੀਂ। ਉਹ ਬੋਲੀ, ਠੀਕ ਹੈ, ਮੈਂ ਤੁਹਾਡੇ ਲਈ ਦੁੱਧ ਲੈ ਕੇ ਆਉਂਦੀ ਹਾਂ। ਉਹ ਦੁੱਧ ਲੈ ਕੇ ਆਈ ਤੇ ਮੈਂ ਦੁੱਧ ਪੀ ਕੇ ਪਤਾ ਨਹੀਂ ਕਦੋਂ ਸੌਂ ਗਈ। ਸਵੇਰੇ ਅੱਖ ਖੁੱਲ੍ਹੀ ਤਾਂ ਮੇਰੀ ਧੀ ਮੇਰੇ ਸਾਹਮਣੇ ਸਫੇਦ ਚਮਕੀਲੇ ਕੱਪੜੇ ਪਾ ਕੇ ਮੇਰੇ ਸਾਹਮਣੇ ਸੀ, ਮੇਕਅਪ ਕੀਤਾ ਹੋਇਆ ਸੀ। ਮੈਂ ਕਿਹਾ, ਬੇਟਾ ਤੂੰ ਤਿਆਰ ਕਿਉਂ ਹੋਈ ਹੈ? ਤਾਂ ਬੋਲੀ, ਸੰਡੇ ਨੂੰ ਮਾਂ ਐਕਸਟਰਾ ਟਿਊਸ਼ਨਸ ਦਿੰਦੀ ਹਾਂ, ਮੈਨੂੰ ਤਿਆਰ ਹੋ ਕੇ ਰਹਿਣਾ ਪੈਂਦਾ ਹੈ। ਫਿਰ ਮੇਰੀ ਧੀ ਨੇ ਇੱਕ ਅਜੀਬ ਜਿਹੀ ਗੱਲ ਮੈਨੂੰ ਕਹੀ ਕਿ ਤੁਸੀਂ ਕੋਈ ਚੰਗਾ ਜਿਹਾ ਮੁੰਡਾ ਲੱਭ ਕੇ ਮੇਰਾ ਵਿਆਹ ਕਰ ਦਿਓ, ਮੈਂ ਆਪਣਾ ਖਰਚਾ ਚੁੱਕ ਸਕਦੀ ਹਾਂ, ਮੈਂ ਤੁਹਾਡੇ 'ਤੇ ਭਾਰ ਨਹੀਂ ਬਣਨਾ ਚਾਹੁੰਦੀ। ਇਹ ਸੁਣ ਕੇ ਮੈਂ ਹੈਰਾਨ ਹੋ ਗਈ ਕਿ ਮੇਰੀ ਛੋਟੀ ਜਿਹੀ ਧੀ ਵਿਆਹ ਦੀਆਂ ਗੱਲਾਂ ਕਰ ਰਹੀ ਸੀ। ਇੰਨੇ ਨੂੰ ਮੇਰੀ ਨਣਦ ਆ ਗਈ। ਉਸ ਕੋਲ ਕੱਪੜਿਆਂ ਦਾ ਭਰਿਆ ਇੱਕ ਬੈਗ ਸੀ। ਜਿਸਨੂੰ ਮੈਂ ਪੁੱਛਿਆ, ਕੀ ਗੱਲ ਹੈ? ਉਹ ਬੋਲੀ, ਮੈਂ ਤੇ ਤੇਰੀ ਧੀ ਨੂੰ ਲੈਣ ਆਈ ਹਾਂ। ਮੈਂ ਕਿਹਾ, ਕਿਉਂ ਲੈਣ ਆਈ ਹੈ ਮੇਰੀ ਧੀ ਨੂੰ? ਤਾਂ ਉਸਨੇ ਮੈਨੂੰ ਕਿਹਾ ਕਿ ਤੈਨੂੰ ਤਾਂ ਪਤਾ ਹੈ ਕਿ ਮੇਰੀਆਂ ਕੁੜੀਆਂ ਪੜ੍ਹਾਈ ਵਿੱਚ ਕਮਜ਼ੋਰ ਹਨ। ਤੇਰੀ ਕੁੜੀ ਪੜ੍ਹਾਈ ਵਿੱਚ ਹੁਸ਼ਿਆਰ ਹੈ। ਮੈਂ ਇਸਦੇ ਹੋਸਟਲ ਤੋਂ ਪਤਾ ਕੀਤਾ ਸੀ ਤੇ ਸੋਹਣੀ ਵੀ ਬਹੁਤ ਹੈ। ਮੈਂ ਉਸਨੂੰ ਲਾਲਚ ਦਿੱਤਾ ਕਿ ਤੂੰ ਮੇਰੀਆਂ ਕੁੜੀਆਂ ਨੂੰ ਟਿਊਸ਼ਨ ਪੜ੍ਹਾ ਦਿਆ ਕਰ। ਉਹ ਮੇਰੀ ਕੁੜੀਆਂ ਨੂੰ ਦਿਨ ਵਿੱਚ ਟਿਊਸ਼ਨ ਪੜ੍ਹਾਉਂਦੀ ਸੀ ਤੇ ਰਾਤ ਨੂੰ ਮੇਰੇ ਮੁੰਡੇ ਨਾਲ ਡਾਂਸ ਬਾਰ ਵਿੱਚ ਡਾਂਸ ਕਰਦੀ ਸੀ। ਇਸ ਕਰਕੇ ਲੰਗੜਾ ਕੇ ਤੁਰਦੀ ਸੀ ਤੇ ਮੈਂ ਉਸਨੂੰ ਜਵਾਨ ਹੋਣ ਦੀ ਦਵਾਈ ਵੀ ਪਿਲਾਉਂਦੀ ਸੀ। ਤੂੰ ਦੇਖ, ਭਾਵੇਂ ਇਹ ਮੇਰੀ ਕੁੜੀਆਂ ਤੋਂ ਛੋਟੀ ਹੈ ਪਰ ਵੱਡੀ ਲੱਗਦੀ ਹੈ ਤੇ ਮੈਂ ਹੁਣ ਇਸਨੂੰ ਵਿਦੇਸ਼ ਭੇਜ ਦਿੰਦੀ ਹਾਂ। ਇਹ ਸੁਣ ਕੇ ਮੈਂ ਬੇਹੋਸ਼ ਹੋ ਗਈ। ਜਦੋਂ ਹੋਸ਼ ਆਇਆ ਹਸਪਤਾਲ ਦੇ ਬੈੱਡ 'ਤੇ ਸੀ। ਮੈਂ ਆਪਣੀ ਨਣਦ ਨੂੰ ਪੁੱਛਿਆ, ਤੂੰ ਏਦਾਂ ਕਿਉਂ ਕੀਤਾ? ਤਾਂ ਉਹ ਕਹਿਣ ਲੱਗੀ, ਜਦੋਂ ਦਾ ਤੇਰਾ ਮੇਰੇ ਭਰਾ ਨਾਲ ਵਿਆਹ ਹੋਇਆ ਹੈ ਉਦੋਂ ਦਾ ਉਹ ਸਾਨੂੰ ਬੁਲਾਉਂਦਾ ਨਹੀਂ। ਮੇਰੇ ਮਾਂ-ਬਾਪ ਤਰਸ ਕੇ ਮਰ ਗਏ ਪਰ ਉਸਨੇ ਉਹਨਾਂ ਦੀ ਕਦਰ ਨਹੀਂ ਕੀਤੀ ਤੇ ਮੇਰਾ ਵਿਆਹ ਇੱਕ ਅਜਿਹੇ ਮੁੰਡੇ ਨਾਲ ਕਰ ਦਿੱਤਾ ਜੋ ਕਿ ਨਸ਼ਾ ਕਰਕੇ ਤਵਾਇਫਾਂ ਕੋਲ ਕੋਠਿਆਂ 'ਤੇ ਜਾਂਦਾ ਸੀ। ਮੈਂ ਤੇਰੀ ਧੀ ਨੂੰ ਵੀ ਉੱਥੇ ਹੀ ਪਹੁੰਚਾ ਦਿੱਤਾ। ਗਲਤੀ ਮੇਰੀ ਹੀ ਸੀ ਕਿ ਮੈਂ ਘਰ ਦੀਆਂ ਲੜਾਈਆਂ ਵਿੱਚ ਆਪਣੀ ਧੀ ਵੱਲ ਧਿਆਨ ਨਾ ਦਿੱਤਾ, ਜਿਸ ਦਾ ਨਤੀਜਾ ਮੇਰੇ ਸਾਹਮਣੇ ਸੀ। ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇਗੀ। ਇਹੋ ਜਿਹੀਆਂ ਕਹਾਣੀਆਂ ਸੁਣਨ ਲਈ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।